ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਭਿਖਾਰਨ ਸੀ, ਮੂੰਹ ਲੁਕੋ ਕੇ ਸੜਕ ਦੇ ਕਿਨਾਰੇ ਭੀਖ ਮੰਗ ਰਹੀ ਸੀ। ਦਿਨ ਭਰ ਵਿੱਚ ਇੰਨੇ ਪੈਸੇ ਕਮਾ ਲੈਂਦੀ ਸੀ ਕਿ ਮੇਰਾ ਗੁਜ਼ਾਰਾ ਹੋ ਜਾਂਦਾ ਸੀ। ਇੱਕ ਦਿਨ ਅਚਾਨਕ ਮੈਂ ਦੇਖਿਆ ਕਿ ਇੱਕ ਔਰਤ ਬਾਜ਼ਾਰ ਤੋਂ ਨਿਕਲੀ ਤੇ ਸੜਕ ਉੱਤੇ ਆਉਂਦੇ ਹੀ ਉਹ ਦਰਦ ਨਾਲ ਤੜਫਣ ਲੱਗੀ। ਮੈਂ ਭੱਜਦੀ ਹੋਈ ਉਸ ਕੋਲ ਗਈ। ਉਹ ਮੇਰੇ ਕੰਨ ਵਿੱਚ ਬੋਲੀ, ਪਲੀਜ਼ ਮੇਰੀ ਮਦਦ ਕਰੋ, ਮੇਰੀ ਡਿਲੀਵਰੀ ਦਾ ਸਮਾਂ ਹੋ ਚੁੱਕਿਆ। ਮੈਂ ਫੌਰਨ ਉਸ ਔਰਤ ਨੂੰ ਫੜ ਕੇ ਆਪਣੀ ਝੌਂਪੜੀ ਵਿੱਚ ਲੈ ਆਈ। ਕੁਝ ਹੀ ਦੇਰ ਬਾਅਦ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਮੈਂ ਉਸ ਔਰਤ ਨੂੰ ਉੱਥੇ ਹੀ ਛੱਡ ਕੇ ਅਤੇ ਬੱਚੇ ਨੂੰ ਜਲਦੀ ਨਾਲ ਆਪਣੀ ਚਾਦਰ ਵਿੱਚ ਲੁਕੋਇਆ ਅਤੇ ਉੱਥੋਂ ਭੱਜ ਆਈ ਤੇ ਥੋੜੀ ਦੂਰ ਆਪਣੇ ਦੂਜੇ ਟਿਕਾਣੇ ਤੇ ਆ ਕੇ ਜਦੋਂ ਚਾਦਰ ਹਟਾ ਕੇ ਬੱਚਾ ਦੇਖਿਆ ਤਾਂ ਅੱਖਾਂ ਪੱਥਰ ਹੋ ਗਈਆਂ, ਕਿਉਂਕਿ ਮੇਰੀ ਗੋਦੀ ਵਿੱਚ ਤਾਂ ਅਜੀਬੋ ਗਰੀਬ। ਮੇਰਾ ਨਾਮ ਸੁਰੀਲੀ ਹੈ। ਮੇਰਾ ਕੰਮ ਲੋਕਾਂ ਤੋਂ ਭੀਖ ਮੰਗਣ ਦਾ ਹੈ। ਮੈਂ ਦਿਨ ਭਰ ਭੀਖ ਮੰਗਦੀ ਸੀ ਤੇ ਚੰਗੇ ਖਾਸੇ ਪੈਸੇ ਮਿਲ ਜਾਂਦੇ ਸੀ। ਲੇਕਿਨ ਸਾਡੇ ਫਕੀਰਾਂ ਵਿੱਚ ਪੈਸੇ ਦੀ ਹਵਸ ਇੰਨੀ ਹੁੰਦੀ ਆ ਕਿ ਜੋ ਕੁਝ ਵੀ ਮਿਲ ਜਾਵੇ ਘੱਟ ਹੀ ਲੱਗਦਾ। ਮੈਂ ਦਿਨ ਭਰ ਵਿੱਚ ਥੱਕੇ ਹਾਰੇ ਘਰ ਲੌਟਦੀ ਤਾਂ ਬਿਸਤਰੇ ਤੇ ਮੂਧੇ ਮੂੰਹ ਲੇਟਦੇ ਹੀ ਸੌਂ ਜਾਂਦੀ। ਪਤੀ ਨੂੰ ਦੇਖ ਕੇ ਮੇਰਾ ਪਾਰਾ ਚੜ੍ਹ ਜਾਂਦਾ ਸੀ। ਮੈਂ ਆਪਣੀ ਝੌਂਪੜੀ ਵਿੱਚ ਆਉਂਦੇ ਹੀ ਬਰਤਨ ਉਠਾ ਕੇ ਸੁੱਟਣ ਲੱਗ ਜਾਂਦੀ ਅਤੇ ਆਪਣੇ ਪਤੀ ਨਾਲ ਲੜਦੀ ਕਿ ਤੂੰ ਕਿਉਂ ਦਿਨ ਭਰ ਇਸ ਤਰ੍ਹਾਂ ਹੀ ਪਿਆ ਰਹਿੰਦਾ, ਤੂੰ ਵੀ ਤਾਂ ਕੰਮ ਕਰ ਲੈ। ਤੂੰ ਦੇਖ ਕਿਸ ਤਰ੍ਹਾਂ ਮੈਂ ਦਿਨ ਭਰ ਮਿਹਨਤ ਕਰਦੀ ਹਾਂ, ਭੀਖ ਮੰਗ ਕੇ ਲਿਆਉਂਦੀ ਹਾਂ, ਪਰ ਤੇਰੇ ਮੂੰਹ ਤਾਂ ਮੁਫਤ ਲੱਗਿਆ ਹੋਇਆ ਹੈ। ਮੇਰਾ ਪਤੀ ਗੁੱਸੇ ਵਿੱਚ ਮੈਨੂੰ ਘੂਰ ਕੇ ਝੌਂਪੜੀ ਤੋਂ ਬਾਹਰ ਨਿਕਲ ਜਾਂਦਾ ਤੇ ਮੈਂ ਜ਼ਮੀਨ ਤੇ ਬੈਠ ਕੇ ਮੰਗ ਕੇ ਲਿਆਂਦਾ ਹੋਇਆ ਖਾਣਾ ਖਾਂਦੀ। ਸਾਡਾ ਖਾਣਾ ਗਰੀਬ ਲੋਕਾਂ ਤੋਂ ਚੰਗਾ ਹੀ ਹੁੰਦਾ ਸੀ। ਉਹਨਾਂ ਨੂੰ ਤਾਂ ਦਾਲ ਰੋਟੀ ਹੀ ਨਸੀਬ ਹੁੰਦੀ ਸੀ, ਜਦਕਿ ਰੱਬ ਦੀ ਸਾਡੇ ਉੱਤੇ ਇੰਨੀ ਕਿਰਪਾ ਸੀ ਕਿ ਅਸੀਂ ਹਰ ਰੋਜ਼ ਜੀਵ ਨੂੰ ਨਵਾਂ ਖਾਣਾ ਚੱਖਣ ਨੂੰ ਮਿਲਦਾ ਸੀ। ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਰਹੀ ਸੀ। ਇੱਕ ਦਿਨ ਰੂਟੀਨ ਦੇ ਅਨੁਸਾਰ ਮੂੰਹ ਲੁਕੋ ਕੇ ਮੈਂ ਭੀਖ ਮੰਗ ਰਹੀ ਸੀ, ਜਦੋਂ ਮੇਰੀ ਨਜ਼ਰ ਬਾਜ਼ਾਰ ਵਿੱਚੋਂ ਨਿਕਲੀ ਹੋਈ ਇੱਕ ਔਰਤ ਉੱਤੇ ਪਈ। ਸੜਕ ਤੇ ਆਉਂਦੀ ਉਹ ਔਰਤ ਦਰਦ ਦੇ ਨਾਲ ਤੜਫਣ ਲੱਗੀ ਤੇ ਮੈਂ ਫੌਰਨ ਭੱਜਦੀ ਹੋਈ ਉਸ ਦੇ ਕੋਲ ਗਈ। ਉਹ ਮੈਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਦੀਦੀ ਪਲੀਜ਼ ਮੇਰੀ ਮਦਦ ਕਰੋ, ਮੇਰੀ ਡਿਲੀਵਰੀ ਦਾ ਸਮਾਂ ਹੋ ਚੁੱਕਿਆ। ਮੈਂ ਫੌਰਨ ਔਰਤ ਨੂੰ ਫੜ ਕੇ ਆਪਣੀ ਝੌਂਪੜੀ ਵਿੱਚ ਲੈ ਆਈ। ਸ਼ਹਿਰ ਦੇ ਵਿੱਚੋਂ ਵਿੱਚ ਹੀ ਮੇਰੀਆਂ 2 ਝੌਂਪੜੀਆਂ ਸੀ। ਇਸ ਝੌਂਪੜੀ ਵਿੱਚ ਮੰਗ ਕੇ ਸਮਾਨ ਇਕੱਠਾ ਕਰਦੀ ਸੀ ਤੇ ਸ਼ਾਮ ਹੁੰਦੇ ਹੀ ਮੈਂ ਆਪਣੇ ਰਹਿਣ ਵਾਲੀ ਝੌਂਪੜੀ ਵਿੱਚ ਚਲੀ ਜਾਇਆ ਕਰਦੀ ਸੀ। ਕੁਝ ਹੀ ਦੇਰ ਬਾਅਦ ਉਸ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਮੈਂ ਲਾਲਚ ਵਿੱਚ ਆ ਗਈ। ਮੈਂ ਉਸ ਔਰਤ ਨੂੰ ਉੱਥੇ ਹੀ ਛੱਡ ਕੇ ਉਸ ਦਾ ਬੱਚਾ ਜਲਦੀ ਨਾਲ ਆਪਣੀ ਚਾਦਰ ਵਿੱਚ ਲੁਕੋ ਲਿਆ ਤੇ ਉੱਥੋਂ ਭੱਜ ਆਈ। ਮੈਨੂੰ ਨਹੀਂ ਪਤਾ ਸੀ ਕਿ ਉਹ ਔਰਤ ਮੈਨੂੰ ਕਦੇ ਜ਼ਿੰਦਗੀ ਵਿੱਚ ਦੁਬਾਰਾ ਮਿਲੇਗੀ ਵੀ ਜਾਂ ਨਹੀਂ। ਲੇਕਿਨ ਫਿਰ ਮੇਰੇ ਨਾਲ ਕੁਝ ਅਜਿਹਾ ਹੋਇਆ ਕਿ ਮੇਰੀ ਸਾਰੀ ਜ਼ਿੰਦਗੀ ਬਦਲ ਕੇ ਰਹਿ ਗਈ। ਆਪਣੀ ਝੌਂਪੜੀ ਵਿੱਚ ਆ ਕੇ ਮੈਂ ਜਦੋਂ ਚਾਦਰ ਹਟਾ ਕੇ ਬੱਚਾ ਦੇਖਿਆ ਤਾਂ ਮੇਰੀਆਂ ਅੱਖਾਂ ਪੱਥਰ ਹੋ ਗਈਆਂ, ਕਿਉਂਕਿ ਮੇਰੀ ਗੋਦੀ ਵਿੱਚ ਅਜੀਬੋ ਗਰੀਬ ਬੱਚਾ ਪਿਆ ਰੋ ਰਿਹਾ ਸੀ। ਮੈਂ ਉਸ ਬੱਚੇ ਨੂੰ ਦੇਖਿਆ ਤਾਂ ਡਰ ਕੇ ਮਾਰੇ ਚੀਖ ਨਿਕਲ ਗਈ। ਮੇਰਾ ਪਤੀ ਜਲਦੀ ਨਾਲ ਭੱਜਦਾ ਹੋਇਆ ਮੇਰੇ ਕੋਲ ਆਇਆ ਤੇ ਬੋਲਿਆ, ਇਹ ਕੀ ਹੋਇਆ? ਪਰ ਜਦੋਂ ਉਸਨੇ ਮੇਰੀ ਗੋਦੀ ਵਿੱਚ ਪਏ ਹੋਏ ਬੱਚੇ ਨੂੰ ਦੇਖਿਆ ਤਾਂ ਉਸ ਦੀ ਵੀ ਚੀਕ ਨਿਕਲ ਗਈ। ਉਹ ਬੋਲਿਆ, ਅਰੇ ਕੰਮ ਵਕਤ, ਇਹ ਕੀ ਚੱਕ ਕੇ ਲਿਆਈਆਂ? ਮੈਂ ਖੁਦ ਫਟੀਆਂ ਅੱਖਾਂ ਨਾਲ ਕਦੇ ਬੱਚੇ ਨੂੰ ਦੇਖ ਰਹੀ ਸੀ ਤੇ ਕਦੇ ਆਪਣੇ ਪਤੀ ਨੂੰ ਦੇਖ ਰਹੀ ਸੀ। ਮੈਂ ਆਪਣੇ ਪਤੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਉਸ ਬੱਚੇ ਨੂੰ ਚਾਦਰ ਵਿੱਚ ਲੁਕੋ ਕੇ ਝੌਂਪੜੀ ਦੇ ਪਿੱਛੇ ਦੀ ਵੱਲ ਬਣੇ ਕੂੜੇ ਦੇ ਢੇਰ ਦੇ ਵੱਲ ਚਲੀ ਗਈ ਅਤੇ ਉਸ ਅਜੀਬੋ ਗਰੀਬ ਬੱਚੇ ਨੂੰ ਸੁੱਟ ਆਈ। ਮੇਰਾ ਪਤੀ ਮੇਰੀ ਸਾਰੀ ਕਾਰਵਾਈ ਦੇਖ ਕੇ ਚੁੱਪ ਹੀ ਰਹਿ ਗਿਆ। ਫਿਰ ਮੈਂ ਆਪਣੇ ਪਤੀ ਨੂੰ ਬਾਜ਼ਾਰ ਵਿੱਚ ਕੁਝ ਸਮਾਨ ਲਿਆਉਣ ਦੇ ਲਈ ਭੇਜ ਦਿੱਤਾ। ਪਤੀ ਦੇ ਜਾਣ ਤੋਂ ਬਾਅਦ ਮੈਂ ਝੌਂਪੜੀ ਵਿੱਚ ਝਾੜੂ ਲਗਾਇਆ ਤੇ ਇੱਧਰ ਉੱਧਰ ਦੇ ਕੰਮ ਕਰਨ ਆਪਣੇ ਦਿਮਾਗ ਨਾਲ ਉਸ ਬੱਚੇ ਦੇ ਖਿਆਲ ਨੂੰ ਝਟਕਣ ਦੀ ਕੋਸ਼ਿਸ਼ ਕਰਨ ਲੱਗੀ। ਸ਼ਾਮ ਨੂੰ ਅਸੀਂ ਦੋਨੋਂ ਮੰਗ ਕੇ ਲਿਆਂਦਾ ਹੋਇਆ ਖਾਣਾ ਖਾਧਾ ਤੇ ਸੌਣ ਦੇ ਲਈ ਪੈ ਗਏ। ਅੱਜ ਕੁੱਤੇ ਬਹੁਤ ਜ਼ੋਰ ਨਾਲ ਭੌਂਕ ਰਹੇ ਸੀ। ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਨਾਲ ਮੈਂ ਕੰਬ ਉੱਠੀ। ਮੇਰਾ ਜ਼ਮੀਰ ਮੈਨੂੰ ਅੰਦਰ ਤੋਂ ਕੋਸ ਰਿਹਾ ਸੀ ਕਿ ਕੁਝ ਦੇਰ ਬਾਅਦ ਉਹ ਕੁੱਤੇ ਉਸ ਬੱਚੇ ਨੂੰ ਚੀਰ ਫਾੜ ਦੇਣਗੇ। ਮੈਂ ਬਹੁਤ ਹੈਰਾਨ ਜਿਹੀ ਲੇਟੀ ਹੋਈ ਸੀ ਜਦੋਂ ਮੇਰਾ ਪਤੀ ਬੋਲਿਆ, ਸੁਰੀਲੀ, ਆਪਾਂ ਫਕੀਰ ਲੋਕਾਂ ਨੂੰ ਦੁਆਵਾਂ ਦੇ ਕੇ ਪੈਸੇ ਲੈਂਦੇ ਹਾਂ। ਆਪਾਂ ਭਲਾ ਕਦੋਂ ਤੋਂ ਇੰਨੇ ਜ਼ਾਲਮ ਹੋ ਗਏ ਕਿ ਲੋਕਾਂ ਤੋਂ ਉਹਨਾਂ ਦੇ ਬੱਚੇ ਖੋਹ ਕੇ ਕੁੱਤਿਆਂ ਦੇ ਸਾਹਮਣੇ ਪਾ ਦਿੱਤੇ। ਪਤੀ ਦੀ ਗੱਲ ਸੁਣ ਕੇ ਮੈਂ ਕੰਬ ਉੱਠੀ
ਤੇ ਮੈਂ ਜਲਦੀ ਨਾਲ ਚਟਾਈ ਤੋਂ ਉੱਠੀ ਤੇ ਵੱਡਾ ਜਿਹਾ ਡੰਡਾ ਚੁੱਕ ਕੇ ਬਾਹਰ ਦੇ ਵੱਲ ਭੱਜੀ। ਮੇਰਾ ਪਤੀ ਵੀ ਮੇਰੇ ਪਿੱਛੇ ਹੀ ਆਇਆ। ਉਹ ਵੀ ਆਪਣੇ ਨਾਲ ਕੁੱਤਿਆਂ ਨੂੰ ਭਜਾਉਣ ਦੇ ਲਈ ਮੋਟਾ ਜਿਹਾ ਡੰਡਾ ਲਿਆਇਆ। ਅਸੀਂ ਜਲਦੀ ਨਾਲ ਝੌਂਫੜੀ ਦੇ ਪਿੱਛੇ ਭੱਜੇ। ਮੈਂ ਜਲਦੀ ਨਾਲ ਅੱਗੇ ਵੱਧ ਕੇ ਉਸ ਬੱਚੇ ਨੂੰ ਚੁੱਕ ਲਿਆ ਤੇ ਰੱਬ ਦੀ ਕਿਰਪਾ ਨਾਲ ਉਹ ਬੱਚਾ ਬਿਲਕੁਲ ਠੀਕ ਸੀ। ਉਸ ਬੱਚੇ ਦੀ ਉੱਤੇ ਖਰੋਚ ਵੀ ਨਹੀਂ ਆਈ ਸੀ ਤੇ ਮੈਂ ਉਸ ਬੱਚੇ ਨੂੰ ਝੌਂਫੜੀ ਵਿੱਚ ਲੈ ਆਈ। ਮੈਂ ਉਸ ਨੂੰ ਨਵਾਇਆ ਧਵਾਇਆ, ਮੋਟੇ ਕੱਪੜੇ ਵਿੱਚ ਲਪੇਟ ਕੇ ਆਪਣੇ ਨਾਲ ਪਾ ਲਿਆ। ਉਹ ਭੁੱਖ ਦੀ ਵਜ੍ਹਾ ਨਾਲ ਰੋਣ ਲੱਗਾ। ਉਹ ਬੱਚਾ ਬਹੁਤ ਕਮਜ਼ੋਰ ਸੀ। ਉਸ ਦੀ ਰੀੜ੍ਹ ਦੀ ਹੱਡੀ ਵਿੱਚ ਇੱਕ ਵੱਡੀ ਜਿਹੀ ਗੰਢ ਉੱਭਰੀ ਹੋਈ ਸੀ। ਉਹ ਬੱਚੇ ਦਾ ਵੱਡਾ ਸਾਰਾ ਸਿਰ ਸੀ, ਅੰਦਰ ਨੂੰ ਧੁੱਸੀਆਂ ਹੋਈਆਂ ਅੱਖਾਂ। ਮੇਰਾ ਪਤੀ ਉਸ ਬੱਚੇ ਨੂੰ ਦੇਖ ਕੇ ਹੱਸ ਪਿਆ ਸੀ ਤੇ ਬੋਲਿਆ, ਸੁਰੀਲੀ, ਤੈਨੂੰ ਪੂਰੀ ਦੁਨੀਆ ਵਿੱਚ ਇਹੀ ਬੱਚਾ ਚਰਾਉਣ ਦੇ ਲਈ ਮਿਲਿਆ ਸੀ। ਮੈਂ ਚੁੱਪ ਰਹੀ। ਸੁਬਾਹ ਹੋਈ ਤਾਂ ਮੈਂ ਆਸ-ਪਾਸ ਦੀਆਂ ਝੌਂਫੜੀਆਂ ਵਿੱਚ ਐਲਾਨ ਕਰ ਦਿੱਤਾ ਕਿ ਮੇਰੇ ਕੋਲ ਬੱਚੇ ਦੀ ਪੈਦਾਇਸ਼ ਹੋਈ ਆ। ਸਾਡੇ ਇੱਥੇ ਬੱਚਾ ਪੈਦਾ ਹੋਣਾ ਕੋਈ ਅਨੋਖੀ ਗੱਲ ਨਹੀਂ ਸਮਝੀ ਜਾਂਦੀ ਸੀ, ਕਿਉਂਕਿ ਹਰ ਝੌਂਫੜੀ ਵਿੱਚ ਆਏ ਦਿਨ ਕੋਈ ਨਾ ਕੋਈ ਬੱਚਾ ਜ਼ਰੂਰ ਜਨਮ ਲੈ ਹੀ ਰਹਿੰਦਾ ਸੀ। ਇੱਕ ਹਫ਼ਤੇ ਵਿੱਚ ਮੈਂ ਉਸ ਨੰਨੇ ਜਿਹੇ ਬੱਚੇ ਦੀ ਖੂਬ ਦੇਖਭਾਲ ਕੀਤੀ। ਫਿਰ ਜਦੋਂ ਉਹ ਥੋੜ੍ਹਾ ਬਿਹਤਰ ਹੋਇਆ ਤਾਂ ਮੈਂ ਉਸ ਨੂੰ ਆਪਣੇ ਨਾਲ ਲਿਜਾ ਕੇ ਭੀਖ ਮੰਗਣ ਲੱਗੀ। ਪਰ ਇਹ ਦੇਖ ਕੇ ਮੇਰੀ ਹੈਰਾਨੀ ਦੀ ਹੱਦ ਰਹਿ ਗਈ ਜਦੋਂ ਲੋਕਾਂ ਨੇ ਉਸ ਬੱਚੇ ਨੂੰ ਮੇਰੀ ਗੋਦ ਵਿੱਚ ਦੇਖ ਕੇ ਮੈਨੂੰ ਦੁੱਗਣੀ ਭੀਖ ਦੇ ਜਾਇਆ ਕਰਦੇ। ਅੱਜ ਦਾ ਸਮਾਜ ਅਜਿਹਾ ਹੈ ਕਿ ਇਸ ਸਮਾਜ ਵਿੱਚ ਡਰ ਵਿਕਦਾ। ਲੋਕ ਅਜੀਬੋ-ਗਰੀਬ ਬੱਚਿਆਂ ਨੂੰ ਦੇਖ ਕੇ ਡਰ ਜਾਇਆ ਕਰਦੇ ਹਨ ਤੇ ਆਪਣੇ ਬੱਚਿਆਂ ਦੇ ਉੱਪਰ ਦੀ ਆਫਤ ਬੁਲਾ ਉਤਾਰ ਕੇ ਮੇਰੇ ਹੱਥ ਵਿੱਚ ਥਮਾ ਦਿੰਦੇ ਸੀ। 2 ਦਿਨ ਵਿੱਚ ਮੇਰੀ ਕਮਾਈ ਚੌਗਣੀ ਹੋ ਗਈ। ਮੈਂ ਉਸ ਬੱਚੇ ਦਾ ਨਾਮ ਲੱਕੀ ਰੱਖ ਦਿੱਤਾ, ਕਿਉਂਕਿ ਉਹ ਬੱਚਾ ਸਾਡੇ ਲਈ ਬਹੁਤ ਹੀ ਲੱਕੀ ਸੀ। ਮੇਰਾ ਪਤੀ ਵੀ ਮੇਰੀ ਦੁੱਗਣੀ ਕਮਾਈ ਵਿੱਚ ਬਹੁਤ ਖੁਸ਼ ਸੀ, ਪਰ ਮੈਨੂੰ ਅੰਦਰ ਹੀ ਅੰਦਰ ਇੱਕ ਬੇਚੈਨੀ ਜਕੜੀ ਰਹਿੰਦੀ ਸੀ। ਮੈਨੂੰ ਇਹੀ ਡਰ ਰਹਿੰਦਾ ਸੀ ਕਿ ਕਦੇ ਉਸ ਬੱਚੇ ਦੀ ਅਸਲੀ ਮਾਂ ਮੈਨੂੰ ਦੇਖ ਨਾ ਲਵੇ। ਉਹ ਮੇਰੇ ਤੋਂ ਬੱਚਾ ਖੋਹ ਲਵੇਗੀ ਤੇ ਮੈਨੂੰ ਜੇਲ੍ਹ ਕਰਵਾ ਦੇਵੇਗੀ। ਲੇਕਿਨ ਮੈਨੂੰ ਕੀ ਪਤਾ ਸੀ ਕਿ ਕੁਦਰਤ ਨੇ ਉਸ ਬੱਚੇ ਦੇ ਲਈ ਕੁਝ ਹੋਰ ਹੀ ਸੋਚ ਰੱਖਿਆ। ਕੁਝ ਅਜਿਹਾ ਹੋਇਆ ਕਿ ਮੈਂ ਪਤੀ ਨੂੰ ਕਹਿ ਕੇ ਸ਼ਹਿਰ ਬਦਲ ਲਿਆ। ਉਹ ਮੇਰੀ ਗੱਲ ਮੰਨਣ ਦੇ ਹੱਕ ਵਿੱਚ ਨਹੀਂ ਸੀ, ਪਰ ਮੇਰੀ ਜਿੱਦ ਦੇ ਅੱਗੇ ਉਸਨੇ ਹਥਿਆਰ ਸੁੱਟ ਦਿੱਤੇ। ਅਸੀਂ ਉਸ ਸ਼ਹਿਰ ਨੂੰ ਛੱਡ ਦਿੱਤਾ। ਅਸੀਂ ਦੂਜੀ ਜਗ੍ਹਾ ਫਕੀਰਾਂ ਦੀਆਂ ਝੌਂਫੜੀਆਂ ਦੇ ਕੋਲ ਆਪਣੀ ਝੌਂਫੜੀ ਲਗਾ ਲਈ। ਅਸੀਂ ਸਧਾਰਨ ਜਿਹੇ ਲੋਕ ਹੁੰਦੇ ਹਾਂ ਤੇ ਜਲਦੀ ਹੀ ਇੱਕ ਦੂਜੇ ਨਾਲ ਘੁਲ ਮਿਲ ਜਾਂਦੇ ਹਾਂ। ਉੱਥੋਂ ਦੀਆਂ ਔਰਤਾਂ ਲੱਕੀ ਨੂੰ ਦੇਖ ਕੇ ਅਜੀਬ ਜਿਹਾ ਮੂੰਹ ਬਣਾਉਂਦੀਆਂ ਤੇ ਉਸ ਤੋਂ ਘਿਣ ਖਾਂਦੀਆਂ। ਉਸ ਔਰਤ ਦੇ ਅਜਿਹੇ ਵਿਵਹਾਰ ਤੋਂ ਮੇਰਾ ਦਿਲ ਦੁਖ ਜਾਂਦਾ ਸੀ। ਮੈਂ ਲੱਕੀ ਦਾ ਬਹੁਤ ਧਿਆਨ ਰੱਖਦੀ, ਉਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਦੀ ਤੇ ਕੋਈ ਜਦੋਂ ਮੇਰੇ ਬੱਚੇ ਨੂੰ ਇਸ ਤਰ੍ਹਾਂ ਘਿਨਾਉਣੀਆਂ ਨਜ਼ਰਾਂ ਨਾਲ ਦੇਖਦਾ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ। ਲੱਕੀ ਹੁਣ ਮੇਰੇ ਲਈ ਸਭ ਕੁਝ ਸੀ। ਕੇਵਲ ਇੱਕ ਅਜਿਹੀ ਔਰਤ ਸੀ ਜੋ ਮੇਰੇ ਲੱਕੀ ਦੇ ਬਾਰੇ ਵਿੱਚ ਕੋਈ ਗੰਦੀ ਗੱਲ ਨਹੀਂ ਕਰਦੀ ਸੀ। ਉਸ ਦਾ ਨਾਮ ਸੰਗੀਤਾ ਸੀ। ਸੰਗੀਤਾ ਆਪਣੀ ਮਾਂ ਦੇ ਨਾਲ ਆਪਣੀ ਝੌਂਫੜੀ 'ਚ ਰਹਿੰਦੀ ਸੀ। ਸੰਗੀਤਾ ਮੇਰੇ ਕੋਲ ਆ ਕੇ ਬੈਠ ਜਾਂਦੀ ਤੇ ਲੱਕੀ ਨੂੰ ਦੇਖਦੀ ਰਹਿੰਦੀ। ਉਹ ਲੱਕੀ ਦੇ ਬਾਰੇ ਮੇਰੇ ਕੋਲੋਂ ਢੇਰ ਸਾਰੇ ਸਵਾਲ ਪੁੱਛਦੀ। ਮੈਂ ਚੌਂਕ ਉੱਠਦੀ। ਮੈਨੂੰ ਸੰਗੀਤਾ ਉੱਤੇ ਸ਼ੱਕ ਹੋ ਗਿਆ। ਉਹ ਲੱਕੀ ਨੂੰ ਬੜੇ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖਦੀ ਰਹਿੰਦੀ। ਸ਼ਾਇਦ ਮੇਰੀ ਦੁੱਗਣੀ ਆਮਦਨੀ ਦੇਖ ਕੇ ਉਸ ਦੀ ਲਾਲ ਟਪਕਣ ਲੱਗੀ ਸੀ। ਮੈਂ ਆਪਣੇ ਪਤੀ ਨਾਲ ਆਪਣੇ ਡਰ ਦਾ ਇਜ਼ਹਾਰ ਕੀਤਾ ਤੇ ਉਹ ਬੜੀ ਦੇਰ ਤੱਕ ਹੱਸਦਾ ਰਿਹਾ। ਉਹ ਬੋਲਿਆ, ਤੂੰ ਤਾਂ ਲੱਕੀ ਨੂੰ ਇਸ ਤਰ੍ਹਾਂ ਲੁਕੋ ਕੇ ਰੱਖਦੀ ਆਂ ਜਿਵੇਂ ਕੋਈ ਇਹ ਸੋਨੇ ਦੀ ਖਾਣ ਹੋਵੇ। ਮੈਂ ਕਿਹਾ, ਗੱਲ ਸੋਨੇ ਦੀ ਖਾਣ ਦੀ ਨਹੀਂ, ਲੱਕੀ ਮੇਰਾ ਬੱਚਾ ਹੈ। ਮੈਂ ਬਾਂ ਬਣ ਕੇ ਉਸ ਨੂੰ ਪਾਲਿਆ ਹੈ। ਮੈਂ ਆਪਣੇ ਬੱਚੇ ਤੋਂ ਹੁਣ ਦੂਰ ਨਹੀਂ ਰਹਿ ਸਕਦੀ। ਇਹ ਮੇਰੇ ਜੀਣੇ ਦਾ ਸਹਾਰਾ ਹੈ। ਮੈਂ ਹੁਣ ਸੰਗੀਤਾ ਨਾਲ ਜ਼ਿਆਦਾ ਗੱਲਬਾਤ ਨਾ ਕਰਦੀ। ਮੈਂ ਇੱਕ ਦਿਨ ਸੰਗੀਤਾ ਨੂੰ ਦੱਸਿਆ ਕਿ ਸੰਗੀਤਾ, ਮੇਰਾ ਲੱਕੀ ਨਾਲ ਬਹੁਤ ਜ਼ਿਆਦਾ ਲਗਾਵ ਹੈ। ਲੱਕੀ ਤਾਂ ਮੇਰੇ ਇਲਾਵਾ ਕਿਸੇ ਹੋਰ ਨਾਲ ਰਹਿ ਹੀ ਨਹੀਂ ਸਕਦਾ, ਕਿਸੇ ਦੇ ਨਾਲ ਕੁਝ ਖਾਂਦਾ ਪੀਂਦਾ ਵੀ ਨਹੀਂ। ਰੱਬ ਨਾ ਕਰੇ ਕਿ ਇਹ ਮੇਰੇ ਤੋਂ ਵਿਛੜ ਗਿਆ ਤਾਂ ਮੇਰੇ ਬਿਨਾਂ ਇਹ ਮਰ ਜਾਵੇਗਾ। ਮੇਰੀ ਗੱਲ ਸੁਣ ਕੇ ਸੰਗੀਤਾ ਚੁੱਪ ਹੋ ਗਈ। ਸੰਗੀਤਾ ਤੋਂ ਮੈਨੂੰ ਡਰ ਮਹਿਸੂਸ ਹੁੰਦਾ ਸੀ। ਮੇਰੇ ਦਿਲ ਵਿੱਚ ਇਹੀ ਗੱਲ ਆਉਂਦੀ ਸੀ ਕਿ ਜ਼ਰੂਰ ਸੰਗੀਤਾ ਮੇਰੇ ਬੱਚੇ ਦੇ ਪਿੱਛੇ ਪਈ ਹੋਈ ਆ। ਇਹ ਲੱਕੀ ਨੂੰ ਮੇਰੇ ਤੋਂ ਖੋਹ ਕੇ ਲੈ ਜਾਵੇਗੀ। ਇਸ ਲਈ ਮੈਂ ਉਸ ਨੂੰ ਡਰਾਉਣ ਦੇ ਲਈ ਅਜਿਹੀਆਂ ਗੱਲਾਂ ਕਰਦੀ ਰਹਿੰਦੀ। ਹੌਲੀ ਹੌਲੀ ਸੰਗੀਤਾ ਦਾ ਵਿਵਹਾਰ ਮੇਰੇ ਅਤੇ ਲੱਕੀ ਦੇ ਨਾਲ ਹੁਣ ਨਾਰਮਲ ਹੋਣ ਲੱਗਿਆ, ਲੇਕਿਨ ਬੋਲਦੀ ਤਾਂ ਉਹ ਬਹੁਤ ਧਿਆਨ ਰੱਖਦੀ ਸੀ। ਹੌਲੀ ਹੌਲੀ ਮੈਨੂੰ ਸੰਗੀਤਾ ਉੱਤੇ ਭਰੋਸਾ ਹੋਣ ਲੱਗਿਆ। ਉਹ ਬਸ ਲੱਕੀ ਨਾਲ ਪਿਆਰ ਕਰਦੀ ਹੈ, ਇਸ ਦੇ ਇਰਾਦੇ ਗਲਤ ਨਹੀਂ। ਇੱਕ ਸ਼ਾਮ ਅਚਾਨਕ ਹੀ ਲੱਕੀ ਦੀ ਹਾਲਤ ਬਹੁਤ ਖਰਾਬ ਹੋ ਗਈ। ਉਸ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ।
ਮੇਰਾ ਪਤੀ ਭੀਖ ਮੰਗਣ ਗਿਆ ਹੋਇਆ ਸੀ। ਮੈਂ ਬਹੁਤ ਪਰੇਸ਼ਾਨੀ ਦੀ ਹਾਲਤ 'ਚ ਡਿੱਗੀ ਪਈ ਸੀ ਤਾਂ ਸੰਗੀਤਾ ਲੱਕੀ ਦੇ ਰੋਣ ਦੀ ਆਵਾਜ਼ ਸੁਣ ਕੇ ਮੇਰੇ ਕੋਲ ਆਈ ਤੇ ਮੈਨੂੰ ਪੁੱਛਣ ਲੱਗੀ ਕਿ ਇਹ ਕੀ ਹੋਇਆ ਇਸ ਬੱਚੇ ਨੂੰ। ਜਦੋਂ ਲੱਕੀ ਦੀ ਬਿਮਾਰੀ ਦਾ ਦੱਸਿਆ ਤਾਂ ਬਹੁਤ ਪਰੇਸ਼ਾਨ ਹੋ ਗਈ। ਉਹ ਬੋਲੀ, ਮੈਂ ਹੁਣੇ ਇਸ ਦੇ ਲਈ ਦਵਾਈ ਲੈ ਕੇ ਆਉਂਦੀ ਹਾਂ। ਉਹ ਮੈਡੀਕਲ ਸਟੋਰ ਤੋਂ ਸਿਰਪ ਲੈ ਆਈ। ਮੈਂ ਉਹ ਸਿਰਪ ਲੱਕੀ ਨੂੰ ਦਿੱਤਾ। ਉਹ ਸੌਂ ਗਿਆ। ਸੰਗੀਤਾ ਮੇਰੇ ਕੋਲ ਜ਼ਮੀਨ ਉੱਤੇ ਹੀ ਬੈਠ ਗਈ ਤੇ ਬੋਲੀ, ਔਲਾਦ ਇਨਸਾਨ ਨੂੰ ਕਿੰਨੀ ਪਿਆਰੀ ਹੁੰਦੀ ਆ ਨਾ। ਮੈਂ ਬੋਲੀ, ਤੈਨੂੰ ਕਿਵੇਂ ਪਤਾ, ਤੂੰ ਤਾਂ ਕੁਆਰੀ ਆ। ਉਹ ਬੋਲੀ, ਨਹੀਂ ਮੈਂ ਕੁਆਰੀ ਨਹੀਂ, ਮੈਂ ਪੈਸੇ ਦੀ ਖਾਤਰ ਆਪਣੀ ਕੁੱਖ ਵੇਚਣ ਦੇ ਲਈ ਵਿਆਹ ਕੀਤਾ ਸੀ। ਬੱਚਾ ਜੰਮ ਕੇ ਮੈਨੂੰ ਪੈਸੇ ਤਾਂ ਮਿਲ ਜਾਂਦੇ ਸੀ ਪਰ ਮੇਰਾ ਬੱਚਾ ਮੇਰੇ ਕੋਲ ਨਹੀਂ ਰਹਿੰਦਾ। ਉਹ ਬੱਚਾ ਤਾਂ ਉਹਨਾਂ ਲੋਕਾਂ ਦਾ ਹੀ ਹੋ ਜਾਂਦਾ ਜਿਹੜੇ ਸਾਨੂੰ ਢੇਰ ਸਾਰੇ ਪੈਸੇ ਦਿੰਦੇ। ਇਸ ਸ਼ਰਤ ਉੱਤੇ ਹੀ ਤਾਂ ਮੈਂ ਆਪਣੀ ਕੁੱਖ ਵੇਚ ਦਿੱਤੀ ਸੀ। ਇਸ ਲਈ ਮੈਂ ਤੇਰੇ ਲੱਕੀ ਨਾਲ ਬਹੁਤ ਪਿਆਰ ਕਰਦੀ ਹਾਂ। ਮੈਂ ਹੈਰਾਨੀ ਨਾਲ ਸੰਗੀਤਾ ਦੇ ਵੱਲ ਦੇਖ ਰਹੀ ਸੀ। ਮੈਂ ਬੋਲਿਆ, ਇਹ ਤੂੰ ਕੀ ਕਹਿ ਰਹੀ ਆ? ਤੂੰ ਮੈਨੂੰ ਖੁੱਲ੍ਹ ਕੇ ਸਾਰੀ ਗੱਲ ਦੱਸ। ਉਹ ਬੋਲੀ, ਫਿਰ ਕਦੇ ਦੱਸੂਗੀ। ਇੰਨਾ ਕਹਿ ਕੇ ਉਹ ਰੋਂਦੀ ਹੋਈ ਮੇਰੀ ਝੌਂਪੜੀ ਤੋਂ ਨਿਕਲ ਗਈ। ਮੈਂ ਲੱਕੀ ਨੂੰ ਦੇਖਿਆ ਤਾਂ ਉਹ ਹੁਣ ਕਾਫੀ ਚੰਗਾ ਲੱਗ ਰਿਹਾ ਸੀ। ਹੁਣ ਮੈਨੂੰ ਸੰਗੀਤਾ ਥੋੜੀ ਠੀਕ ਲੱਗਣ ਲੱਗੀ। ਮੈਂ ਸਮਝ ਗਈ ਸੀ ਕਿ ਉਹ ਵੈਸੇ ਹੀ ਲੱਕੀ ਨੂੰ ਮੁਹੱਬਤ ਕਰਦੀ ਆ ਕਿਉਂਕਿ ਉਹ ਆਪਣਾ ਜਨਮਿਆ ਹੋਇਆ ਬੱਚਾ ਖੋ ਚੁੱਕੀ ਆ। ਫਿਰ ਸਵੇਰ ਹੀ ਮੈਂ ਭੀਖ ਮੰਗਣ ਜਾਣਾ ਸੀ ਜਦ ਕਿ ਸੁਨੀਤਾ ਘਰ ਵਿੱਚ ਹੀ ਸੀ। ਮੈਂ ਲੱਕੀ ਨੂੰ ਉਸ ਦੇ ਹਵਾਲੇ ਕਰਕੇ ਕਿਹਾ, ਅੱਜ ਦੇ ਦਿਨ ਇਸ ਨੂੰ ਤੂੰ ਸੰਭਾਲ, ਮੈਂ ਸ਼ਾਮ ਨੂੰ ਜਲਦੀ ਆਉਣ ਦੀ ਕੋਸ਼ਿਸ਼ ਕਰੂੰਗੀ। ਸੰਗੀਤਾ ਨੇ ਬੜੀ ਖੁਸ਼ੀ ਲੱਕੀ ਨੂੰ ਸਾਂਭ ਲਿਆ। ਮੈਂ ਨਿਸ਼ਚਿੰਤ ਹੋ ਕੇ ਭੀਖ ਮੰਗਣ ਚਲੀ ਗਈ ਪਰ ਸ਼ਾਮ ਨੂੰ ਮੇਰਾ ਦਿਲ ਅਜੀਬ ਤਰ੍ਹਾਂ ਨਾਲ ਧੜਕ ਰਿਹਾ ਸੀ। ਜਲਦੀ ਹੀ ਮੈਂ ਸਭ ਕੁਝ ਛੱਡ ਕੇ ਆਪਣੀ ਝੌਂਪੜੀ ਦੇ ਵੱਲ ਭੱਜੀ। ਝੌਂਪੜੀ ਵਿੱਚ ਜਾ ਕੇ ਮੈਂ ਦੇਖਿਆ ਤਾਂ ਉੱਥੇ ਤਾਂ ਲੱਕੀ ਨਹੀਂ ਸੀ ਤੇ ਨਾ ਹੀ ਸੰਗੀਤਾ ਸੀ। ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ, ਕਿੱਥੋਂ ਲੱਕੀ ਅਤੇ ਸੰਗੀਤਾ ਨੂੰ ਲੱਭਾਂ। ਮੈਂ ਝੌਂਪੜੀ ਦੇ ਇਰਦ ਗਿਰਦ ਭੱਜਣ ਲੱਗੀ ਤੇ ਲੱਕੀ ਤੇ ਸੁਨੀਤਾ ਨੂੰ ਆਵਾਜ਼ਾਂ ਲਗਾਉਣ ਲੱਗੀ ਲੇਕਿਨ ਬਹੁਤ ਜ਼ਿਆਦਾ ਸਮਾਂ ਹੋ ਗਿਆ ਸੀ। ਜਦੋਂ ਮੈਨੂੰ ਸੰਗੀਤਾ ਨਾ ਮਿਲੀ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ। ਮੈਨੂੰ ਉਸ ਨੂੰ ਬੁਰਾ ਭਲਾ ਤੇ ਕੋਸਣਾ ਪਿੱਟਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ, ਉਸ ਲੜਕੀ ਉੱਤੇ ਭਰੋਸਾ ਕਰਕੇ ਮੈਂ ਗਲਤ ਕੀਤਾ ਹੈ ਜੋ ਪਹਿਲੇ ਦਿਨ ਤੋਂ ਹੀ ਮੇਰੇ ਬੇਟੇ ਨੂੰ ਬੜੀਆਂ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖਦੀ ਰਹਿੰਦੀ ਸੀ। ਮੈਂ ਬੜੀ ਡਰੀ ਤੇ ਪਰੇਸ਼ਾਨ ਵੀ ਸੀ। ਇੱਧਰ ਉੱਧਰ ਘੁੰਮ ਰਹੀ ਸੀ ਤਾਂ ਅਚਾਨਕ ਮੈਨੂੰ ਲੱਕੀ ਦੇ ਰੋਣ ਦੀ ਆਵਾਜ਼ ਆਉਣ ਲੱਗੀ। ਮੈਂ ਆਵਾਜ਼ ਦੇ ਵੱਲ ਦੌੜਨ ਲੱਗੀ ਤਾਂ ਸੰਗੀਤਾ ਲੱਕੀ ਨੂੰ ਗੋਦ ਵਿੱਚ ਉਠਾਏ ਹੋਏ ਵਾਪਸ ਆ ਰਹੀ ਸੀ। ਬੋਲੀ, ਇਹ ਲੈ ਭੈਣ, ਇਹ ਤੇਰਾ ਬੇਟਾ ਬਹੁਤ ਹੀ ਤੰਗ ਕਰਦਾ। ਇਸ ਨੂੰ ਤਾਂ ਆਪਣੀ ਮਾਂ ਦੇ ਨਾਲ ਜਗ੍ਹਾ ਘੁੰਮਣ ਦੀ ਆਦਤ ਹੋ ਗਈ ਆ। ਇਹ ਤਾਂ ਅੱਜ ਸਾਰਾ ਦਿਨ ਹੀ ਰੋਂਦਾ ਰਿਹਾ। ਮੈਂ ਤੇਰੀ ਤਲਾਸ਼ ਵਿੱਚ ਨਿਕਲੀ ਸੀ, ਚੰਗਾ ਹੋਇਆ ਤੂੰ ਵਾਪਸ ਆ ਗਈ। ਮੈਂ ਜਲਦੀ ਨਾਲ ਲੱਕੀ ਨੂੰ ਗੋਦ ਵਿੱਚ ਉਠਾ ਲਿਆ ਤੇ ਉਸ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਮੈਂ ਲੱਕੀ ਨੂੰ ਚੁੰਮਦੀ ਰਹੀ ਤੇ ਰੋਂਦੀ ਰਹੀ। ਸੰਗੀਤਾ ਖਾਮੋਸ਼ੀ ਨਾਲ ਆਪਣੀ ਝੌਂਪੜੀ ਵਿੱਚ ਚਲੀ ਗਈ। ਮੈਨੂੰ ਯਾਦ ਆਇਆ ਕਿ ਮੈਂ ਤਾਂ ਸੰਗੀਤਾ ਦਾ ਧੰਨਵਾਦ ਹੀ ਨਹੀਂ ਕੀਤਾ। ਮੈਂ ਜਿਵੇਂ ਹੀ ਉਸ ਦੀ ਝੌਂਪੜੀ ਦੇ ਕੋਲ ਗਈ ਤਾਂ ਮੈਨੂੰ ਸਿਸਕੀਆਂ ਦੀ ਆਵਾਜ਼ ਆਉਣ ਲੱਗੀ। ਮੈਂ ਜਲਦੀ ਨਾਲ ਝੌਂਪੜੀ ਦਾ ਪਰਦਾ ਉਠਾਇਆ ਤੇ ਅੰਦਰ ਦਾਖਲ ਹੋ ਗਈ। ਮੈਂ ਸੰਗੀਤਾ ਨੂੰ ਕਿਹਾ, ਅੱਜ ਜੇ ਤੂੰ ਮੈਨੂੰ ਆਪਣੀ ਦਾਸਤਾਨ ਸੁਣਾ ਹੀ ਦੇ ਤਾਂ ਮੈਨੂੰ ਪਤਾ ਹੈ ਕਿ ਤੇਰੇ ਇਹਨਾਂ ਹੰਝੂਆਂ ਪਿੱਛੇ ਬਹੁਤ ਦੁੱਖ ਭਰੀ ਕਹਾਣੀ ਲੁਕੀ ਹੋਈ ਆ। ਆਖਰ ਤੇਰੇ ਬੱਚੇ ਦੇ ਨਾਲ ਕੀ ਹੋਇਆ ਸੀ? ਸੰਗੀਤਾ ਬੋਲੀ, ਆਪਣਾ ਭਿਖਾਰੀਆਂ ਦਾ ਕੀ ਆ, ਭੀਖ ਮੰਗ ਕੇ 2 ਵਕਤ ਦੀ ਰੋਟੀ ਮਿਲ ਜਾਂਦੀ ਆ ਤੇ ਖਾ ਲੈਂਦੇ ਆ, ਪਰ ਬਿਮਾਰੀ ਆ ਘੇਰੇ ਫਿਰ ਉਸ ਦਾ ਇਲਾਜ ਨਹੀਂ ਕਰਵਾ ਸਕਦੇ। ਮੇਰੇ ਬਾਪ ਨੂੰ ਕੈਂਸਰ ਹੋ ਗਿਆ ਸੀ, ਸਾਡੇ ਕੋਲ ਇਲਾਜ ਦੇ ਲਈ ਪੈਸੇ ਨਹੀਂ ਸੀ। ਭੀਖ ਦੇ ਪੈਸਿਆਂ ਨਾਲ ਬਾਬਾ ਦਾ ਇਲਾਜ ਨਾਮੁਮਕਿਨ ਸੀ। ਫਿਰ ਇੱਕ ਦਿਨ ਮੇਰੀ ਅੰਮਾ ਨਾ ਜਾਣੇ ਕਿੱਥੋਂ ਆਈ ਤੇ ਉਹ ਬਹੁਤ ਖੁਸ਼ ਸੀ। ਉਹ ਮੈਨੂੰ ਲਿਪਟ ਕੇ ਬੋਲੀ, ਸੰਗੀਤਾ, ਰੱਬ ਨੇ ਸਾਡੀ ਸੁਣ ਲਈ। ਤੇਰੇ ਬਾਪ ਦੇ ਇਲਾਜ ਦੇ ਲਈ ਰੱਬ ਨੇ ਤੈਨੂੰ ਚੁਣ ਲਿਆ। ਤੂੰ ਆਪਣੇ ਬਾਪ ਦਾ ਇਲਾਜ ਕਰਵਾਏਂਗੀ। ਮੈਂ ਹੈਰਾਨਗੀ ਨਾਲ ਆਪਣੀ ਮਾਂ ਨੂੰ ਦੇਖ ਰਹੀ ਸੀ। ਮੈਂ ਕਿਹਾ, ਅੰਮਾ ਤੂੰ ਕੀ ਕਹਿ ਰਹੀ ਆ? ਅੰਮਾ ਬੋਲੀ, ਅੱਜ ਮੈਂ ਜਦੋਂ ਇੱਕ ਦਰਵਾਜ਼ੇ ਤੇ ਭੀਖ ਮੰਗਣ ਗਈ ਸੀ ਤਾਂ ਉੱਥੋਂ ਦੀ ਮੈਡਮ ਨੇ ਮੈਨੂੰ ਕਿਹਾ ਕਿ ਉਸ ਨੂੰ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਣ ਦੇ ਲਈ ਇੱਕ ਲੜਕੀ ਚਾਹੀਦੀ ਆ। ਉਹ ਇੱਕ ਅਜਿਹੀ ਲੜਕੀ ਚਾਹੁੰਦੇ ਆ ਜੋ ਉਸ ਨੂੰ ਪੈਸੇ ਦੀ ਖਾਤਰ ਬੱਚਾ ਪੈਦਾ ਕਰਕੇ ਦੇ ਦੇਵੇ ਤੇ ਫਿਰ ਉਹਨਾਂ ਦੀ ਜ਼ਿੰਦਗੀ ਤੋਂ ਹਮੇਸ਼ਾ ਦੇ ਲਈ ਚਲੀ ਜਾਵੇ। ਇਸ ਕੰਮ ਦੇ ਲਈ ਕੋਠੀ ਦੀ ਮਾਲਕਣ ਮੈਨੂੰ ਬਹੁਤ ਵੱਡੀ ਰਕਮ ਦੇਣ ਲਈ ਤਿਆਰ ਹੋ ਗਈ। ਅੰਮਾ ਨੇ ਮੈਨੂੰ ਬਲੀ ਦਾ ਬੱਕਰਾ ਬਣਾ ਕੇ ਉਸ ਵੱਡੀ ਮਾਲਕਣ ਦੇ ਹਵਾਲੇ ਕਰ ਦਿੱਤਾ। ਮੈਂ ਵਿਆਹ ਕਰਕੇ ਹਵੇਲੀ ਚਲੀ ਗਈ। ਮਾਲਕਣ ਬਹੁਤ ਹੀ ਖੂਬਸੂਰਤ ਔਰਤ ਸੀ।
ਪਰ ਉਹ ਸੀਗੀ ਬਹੁਤ ਹੀ ਘਮੰਡੀ, ਮੈਨੂੰ ਬਹੁਤ ਹੀ ਗੁੱਸੇ ਤੇ ਨਫ਼ਰਤ ਨਾਲ ਪੇਸ਼ ਆਉਂਦੀ ਸੀ। ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਸਿਰਫ ਆਪਣੇ ਪਤੀ ਦਾ ਬੱਚਾ ਪੈਦਾ ਕਰਵਾਉਣ ਦੇ ਲਈ ਲਿਆਈ ਹਾਂ। ਜਿਵੇਂ ਹੀ ਤੂੰ ਬੱਚਾ ਪੈਦਾ ਕਰ ਦੇਵੇਂਗੀ ਤਾਂ ਆਪਣੇ ਪੈਸੇ ਲੈ ਕੇ ਇੱਥੋਂ ਚਲੀ ਜਾਣਾ। ਉਸ ਦੇ ਬਾਅਦ ਕਦੇ ਮੁੜ ਕੇ ਵੀ ਬੱਚੇ ਦਾ ਨਾਮ ਨਾ ਲੈਣਾ। ਮੈਂ ਖੁਦ ਘੱਟ ਉਮਰ ਲੜਕੀ ਸੀ, ਮੈਨੂੰ ਭਲਾ ਬੱਚੇ ਦੀ ਕੀ ਜ਼ਰੂਰਤ ਸੀ। ਮੈਂ ਤਾਂ ਸਿਰਫ ਆਪਣੇ ਬਾਬਾ ਦੇ ਇਲਾਜ ਦੀ ਖਾਤਰ ਇੰਨੀ ਵੱਡੀ ਕੁਰਬਾਨੀ ਦੇ ਦਿੱਤੀ। ਮੇਰਾ ਵਿਆਹ ਮਾਲਕ ਨਾਲ ਹੋ ਗਿਆ। ਉਸ ਦੀ ਉਮਰ 40 ਸਾਲ ਦੇ ਲਗਭਗ ਸੀ। ਉਹ ਬਹੁਤ ਹੀ ਨਰਮ ਦਿਲ ਤੇ ਪਿਆਰਾ ਇਨਸਾਨ ਸੀ। ਉਸਨੇ ਮੇਰਾ ਬਹੁਤ ਧਿਆਨ ਰੱਖਿਆ। ਹੌਲੀ ਹੌਲੀ ਮੌਜੂਦਾ ਹਕੀਕਤ ਖੁੱਲ੍ਹ ਗਈ। ਮਾਲਕ ਆਪਣੀ ਪਤਨੀ ਦੇ ਨਾਲ ਖੁਸ਼ ਨਹੀਂ ਸੀ। ਉਹ ਆਪਣੀ ਪਤਨੀ ਦੀਆਂ ਹਰਕਤਾਂ ਤੋਂ ਤੰਗ ਸੀ। ਮਾਲਕਿਨ ਬਹੁਤ ਹੀ ਤੇਜ਼ ਸੀ। ਮਾਲਕਿਨ ਮੇਰੇ ਨਾਲ ਮਾਲਕ ਦੇ ਸਾਹਮਣੇ ਤਾਂ ਬਹੁਤ ਚੰਗੀ ਤਰ੍ਹਾਂ ਰਹਿੰਦੀ ਸੀ, ਪਰ ਜਿਵੇਂ ਹੀ ਮਾਲਕ ਘਰ ਤੋਂ ਬਾਹਰ ਜਾਂਦੇ ਉਹ ਮੇਰੇ ਉੱਪਰ ਹੁਕਮ ਚਲਾਉਣ ਲੱਗ ਜਾਂਦੀ। ਮੇਰੇ ਤੋਂ ਘਰ ਦੇ ਕੰਮ ਕਰਵਾਉਂਦੀ, ਆਪਣੇ ਜੁੱਤੇ ਸਾਫ਼ ਕਰਵਾਉਂਦੀ। ਫਿਰ ਇੱਕ ਦਿਨ ਮਾਲਕਣ ਨੇ ਮੈਨੂੰ ਆਪਣੇ ਜੁੱਤੇ ਸਾਫ਼ ਕਰਵਾਉਂਦੇ ਹੋਏ ਬੋਲੀ ਕਿ ਤੇਰੀ ਹੈਸੀਅਤ ਕੀ ਆ? ਮੇਰੇ ਇਹ ਜੁੱਤਿਆਂ ਦੇ ਬਰਾਬਰ ਹੀ ਤਾਂ ਹੈ। ਇਸ ਤੋਂ ਅੱਗੇ ਵਧਣ ਦੇ ਬਾਰੇ ਵਿੱਚ ਕਦੇ ਸੋਚਣਾ ਵੀ ਨਾ। ਮਾਲਕਣ ਦੀਆਂ ਗੱਲਾਂ ਮੈਂ ਚੁੱਪ ਕਰਕੇ ਸੁਣ ਰਹੀ ਸੀ। ਮਾਲਕਣ ਦੀਆਂ ਗੱਲਾਂ ਵਿੱਚ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਮੈਂ ਤਾਂ ਕਦੇ ਆਪਣੀ ਹੈਸੀਅਤ ਤੋਂ ਉੱਪਰ ਸੋਚਿਆ ਹੀ ਨਹੀਂ ਸੀ। ਮੈਨੂੰ ਤਾਂ ਬਸ ਪੈਸਿਆਂ ਨਾਲ ਮਤਲਬ ਸੀ, ਜੋ ਮੇਰੇ ਬਾਬਾ ਦੇ ਇਲਾਜ ਦੇ ਲਈ ਬਹੁਤ ਜ਼ਰੂਰੀ ਸੀ। ਇੱਕ ਦਿਨ ਮਾਲਕ ਨੂੰ ਆਪਣੇ ਪ੍ਰੈਗਨੈਂਟ ਹੋਣ ਦੀ ਖੁਸ਼ਖਬਰੀ ਸੁਣਾਈ ਤਾਂ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਇਆ। ਉਸਨੇ ਦੁਨੀਆ ਜਹਾਂ ਦੀ ਹਰ ਖੁਸ਼ੀ ਮੇਰੇ ਕਦਮਾਂ ਵਿੱਚ ਲਿਆ ਕੇ ਢੇਰੀ ਕਰ ਦਿੱਤੀ। ਮੈਨੂੰ ਘਰ ਦੀ ਮਹਾਰਾਣੀ ਬਣਾ ਕੇ ਰੱਖ ਦਿੱਤਾ। ਮੈਨੂੰ ਬੈੱਡ ਤੋਂ ਹੇਠਾਂ ਪੈਰ ਨਾ ਰੱਖਣ ਦਿੰਦੇ ਸੀ। ਮਾਲਕ ਆਫਿਸ ਤੋਂ ਬਾਰ-ਬਾਰ ਫੋਨ ਕਰਕੇ ਨੌਕਰਾਂ ਨੂੰ ਸਮਝਾਉਂਦੇ ਰਹਿੰਦੇ। ਇਹ ਸਾਰੀਆਂ ਗੱਲਾਂ ਨਾਲ ਮਾਲਕਿਨ ਬਹੁਤ ਜ਼ਿਆਦਾ ਚਿੜ ਗਈ। ਉਸ ਨੂੰ ਲੱਗਦਾ ਸੀ ਕਿ ਹੁਣ ਉਸ ਦਾ ਪਤੀ ਉਸ ਤੋਂ ਖੋਹ ਲਿਆ ਜਾਵੇਗਾ। ਮੇਰੇ ਪ੍ਰੈਗਨੈਂਟ ਹੋਣ ਨਾਲ ਮਾਲਕਨ ਵੀ ਖੁਸ਼ ਸੀ। ਜਦ ਤੋਂ ਮੇਰੀ ਪ੍ਰੈਗਨੈਂਸੀ ਦੀ ਖਬਰ ਸੁਣੀ ਸੀ, ਉਹ ਦੀਵਾਨੀ ਜਿਹੀ ਹੋ ਗਈ ਸੀ। ਉਹ ਚਾਹੁੰਦੀ ਸੀ ਕਿ ਮੈਂ ਜਲਦ ਤੋਂ ਜਲਦ ਬੱਚਾ ਪੈਦਾ ਕਰਾਂ ਤੇ ਉਸਦੇ ਪਤੀ ਨੂੰ ਛੱਡ ਕੇ ਚਲੀ ਜਾਵਾਂ। ਜਦੋਂ ਮੇਰਾ 7ਵਾਂ ਮਹੀਨਾ ਹੋਇਆ ਤਾਂ ਮੈਨੂੰ ਕਹਿੰਦੀ ਸੀ ਕਿ ਤੂੰ ਇਸ ਤਰ੍ਹਾਂ ਹੀ ਪਈ ਨਾ ਰਿਹਾ ਕਰ, ਘਰ ਵਿੱਚ ਪੋਚਾ ਲਗਾਇਆ ਕਰ। ਕਦੇ ਕਹਿੰਦੀ ਕਿ ਬਾਰ-ਬਾਰ ਪੌੜੀਆਂ ਦੇ ਚੱਕਰ ਲਗਾਇਆ ਕਰ। ਅਜਿਹਾ ਕਰਨ ਨਾਲ ਤੇਰੇ ਸਰੀਰ ਦੀਆਂ ਮਾਸਪੇਸ਼ੀਆਂ ਖੁੱਲਣਗੀਆਂ ਤੇ ਬੱਚਾ ਪੈਦਾ ਕਰਨ ਵਿੱਚ ਆਸਾਨੀ ਹੋਵੇਗੀ। ਇੱਕ ਦਿਨ ਬਹੁਤ ਜ਼ਿਆਦਾ ਗਰਮੀ ਸੀ। ਮੈਂ ਵਿਹੜੇ ਵਿੱਚ ਪੋਚਾ ਲਗਾ ਰਹੀ ਸੀ। ਮੈਨੂੰ ਭੁੱਖ ਵੀ ਲੱਗ ਰਹੀ ਸੀ, ਪਰ ਮਾਲਕਨ ਦਾ ਹੁਕਮ ਸੀ ਕਿ ਖਾਣਾ ਉਦੋਂ ਹੀ ਮਿਲੇਗਾ ਜਦੋਂ ਤੂੰ ਪੂਰਾ ਘਰ ਦਾ ਕੰਮ ਕਰ ਲਵੇਂਗੀ। ਮੈਂ ਇੱਕਦਮ ਚੱਕਰ ਖਾ ਕੇ ਹੇਠਾਂ ਡਿੱਗ ਪਈ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਇਆ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਹਸਪਤਾਲ ਦੇ ਬੈੱਡ ਤੇ ਪਈ ਹੋਈ ਸੀ। ਮੇਰੇ ਕੋਲ ਹੀ ਪਰੇਸ਼ਾਨੀ ਵਿੱਚ ਮਾਲਕ ਵੀ ਬੈਠੇ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਸੀ। ਉਹ ਬੋਲੇ, ਸੰਗੀਤਾ, ਤੂੰ ਆਪਣਾ ਖਿਆਲ ਕਿਉਂ ਨਹੀਂ ਰੱਖਿਆ? ਉਸ ਦੀ ਗੱਲ ਸੁਣ ਕੇ ਮੈਂ ਫੁੱਟ ਕੇ ਰੋ ਪਈ। ਮੈਂ ਉਸ ਨੂੰ ਕਿਹਾ, ਮਾਲਕ, ਮੈਂ ਤਾਂ ਤੁਹਾਡੇ ਘਰ ਵਿੱਚ ਇੱਕ ਨੌਕਰਾਣੀ ਦੀ ਹੈਸੀਅਤ ਨਾਲ ਆਈ ਹਾਂ। ਮੈਂ ਤਾਂ ਮਾਲਕਨ ਦਾ ਹਰ ਇੱਕ ਹੁਕਮ ਮੰਨਣਾ ਹੈ। ਮਾਲਕਨ ਮੇਰੇ ਤੋਂ ਕੰਮ ਕਰਵਾਉਂਦੀ ਹੈ, ਉਹ ਮੈਨੂੰ ਖਾਣਾ ਖਾਣ ਨੂੰ ਨਹੀਂ ਦਿੰਦੀ। ਮਾਲਕਨ ਨੇ ਮੈਨੂੰ ਕਹਿ ਰੱਖਿਆ ਕਿ ਜਿਵੇਂ ਹੀ ਬੱਚੇ ਨੂੰ ਜਨਮ ਮੈਂ ਦੇ ਦੇਵਾਂਗੀ ਤਾਂ ਉਹ ਮੈਨੂੰ ਇਸ ਘਰ ਵਿੱਚੋਂ ਕੱਢ ਦੇਵੇਗੀ। ਹਾਲਾਂਕਿ ਮਾਲਕਨ ਦੀ ਇਹ ਗੱਲ ਸੱਚ ਵੀ ਸੀ। ਆਖਰ ਉਹਨਾਂ ਨੇ ਮੈਨੂੰ ਖਰੀਦਿਆ ਹੀ ਤਾਂ ਸੀ। ਫਿਰ ਭਲਾ ਬੱਚਾ ਜਨਮ ਦੇਣ ਦੇ ਬਾਅਦ ਮੇਰਾ ਇਸ ਘਰ ਵਿੱਚ ਕੀ ਹੱਕ ਰਹਿ ਜਾਂਦਾ ਸੀ? ਲੇਕਿਨ ਮੈਂ ਜਜ਼ਬਾਤਾਂ ਵਿੱਚ ਬੱਝ ਗਈ ਸੀ ਤੇ ਆਪਣੇ ਮਾਲਕ ਨੂੰ ਮੈਂ ਦੱਸ ਦਿੱਤਾ ਸੀ। ਮਾਲਕਣ ਬੱਚੇ ਦੀ ਪੈਦਾਇਸ਼ ਦੇ ਬਾਅਦ ਮੈਨੂੰ ਘਰ ਵਿੱਚੋਂ ਕੱਢ ਦੇਵੇਗੀ। ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਮਾਲਕ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਹ ਹੈਰਾਨੀ ਨਾਲ ਮੈਨੂੰ ਦੇਖ ਰਿਹਾ ਸੀ। ਉਸਨੇ ਕਿਹਾ, ਸੰਗੀਤਾ, ਜੇ ਅਜਿਹੀ ਹੀ ਗੱਲ ਹੈ ਤਾਂ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਫਿਰ ਉਸ ਦੇ ਬਾਅਦ ਉੱਠ ਕੇ ਉਹ ਮੇਰੇ ਕੋਲੋਂ ਚਲਾ ਗਿਆ। ਅਗਲੇ ਦਿਨ ਜਦੋਂ ਮੈਂ ਹਸਪਤਾਲ ਵਿੱਚ ਡਿਸਚਾਰਜ ਹੋ ਕੇ ਘਰ ਗਈ ਤਾਂ ਮੈਨੂੰ ਨੌਕਰਾਂ ਦੇ ਮੂੰਹੋਂ ਪਤਾ ਲੱਗਿਆ ਕਿ ਮਾਲਕ ਨੇ ਘਰ ਆ ਕੇ ਮਾਲਕਨ ਦੀ ਬਹੁਤ ਬੇਇੱਜ਼ਤੀ ਕੀਤੀ। ਉਹਨਾਂ ਨੇ ਇੱਕ ਨੌਕਰ ਨੂੰ ਪੁੱਛਿਆ ਸੀ ਕਿ ਮਾਲਕਣ ਨੇ ਸੰਗੀਤਾ ਦੇ ਨਾਲ ਕੀ ਵਿਵਹਾਰ ਰੱਖਿਆ ਸੀ। ਉਹਨਾਂ ਸਭ ਨੇ ਤਾਂ ਸੱਚ ਬੋਲ ਦਿੱਤਾ ਸੀ। ਉਸ ਦੇ ਬਾਅਦ ਮਾਲਕਣ ਨੇ ਮਾਲਕਣ ਨੂੰ ਆਪਣੇ ਕਮਰੇ 'ਚੋਂ ਕੱਢ ਦਿੱਤਾ ਤੇ ਮੇਰਾ ਸਮਾਨ ਮਾਲਕ ਨੇ ਆਪਣੀ ਬੈੱਡਰੂਮ ਵਿੱਚ ਸੈੱਟ ਕਰ ਲਿਆ। ਉਹਨਾਂ ਨੇ ਕਿਹਾ ਕਿ ਮਾਲਕਣ ਮੈਨੂੰ ਆਪਣੀ ਸ਼ਕਲ ਨਾ ਦਿਖਾਵੇ, ਨਹੀਂ ਤਾਂ ਮੈਂ ਗੁੱਸੇ ਵਿੱਚ ਆ ਕੇ ਕੁਝ ਵੀ ਗਲਤ ਕਰ ਜਾਊਂਗਾ। ਹੁਣ ਤਾਂ ਮੈਂ ਬਹੁਤ ਜ਼ਿਆਦਾ ਡਰ ਗਈ ਸੀ। ਮੈਨੂੰ ਮਾਲਕਣ ਦੀ ਗੁੱਸੇ ਤੋਂ ਡਰ ਲੱਗ ਰਿਹਾ ਸੀ। ਮੈਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਇਹ ਸਭ ਹੋ ਜਾਵੇਗਾ। ਮੈਂ ਬਹੁਤ ਡਰੀ ਹੋਈ ਸੀ ਕਿ ਨਾ ਜਾਣੇ ਅੱਗੇ ਕੀ ਹੋਵੇਗਾ। ਮਾਲਕਣ ਨੇ ਮੈਨੂੰ ਧੱਕਾ ਦੇ ਕੇ ਘਰ ਤੋਂ ਕੱਢ ਦਿੱਤਾ। ਮੈਂ ਘਰ ਤੋਂ ਨਿਕਲ ਆਈ। 2 ਦਿਨ ਤੱਕ ਦਰਵਾਜ਼ੇ ਫਿਰਦੀ ਰਹੀ।
ਭੁੱਖ ਦੀ ਵਜ੍ਹਾ ਨਾਲ ਤੇ ਥਕਾਨ ਦੀ ਵਜ੍ਹਾ ਨਾਲ ਮੇਰੀ ਤਬੀਅਤ ਬਹੁਤ ਖਰਾਬ ਹੋਣ ਲੱਗੀ ਤੇ ਅਚਾਨਕ ਮੇਰੀ ਤਬੀਅਤ ਇਸ ਕਦਰ ਖਰਾਬ ਹੋ ਗਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੀ ਡਿਲੀਵਰੀ ਦਾ ਸਮਾਂ ਨੇੜੇ ਆ ਗਿਆ। ਮੈਂ ਭਰੇ ਬਾਜ਼ਾਰ ਵਿੱਚ ਇੱਕ ਔਰਤ ਤੋਂ ਮਦਦ ਮੰਗਣ ਲੱਗੀ। ਉਹ ਔਰਤ ਮੈਨੂੰ ਲੈ ਕੇ ਆਪਣੀ ਝੌਂਪੜੀ 'ਚ ਚਲੀ ਗਈ। ਉਸਨੇ ਜਦੋਂ ਮਦਦ ਕੀਤੀ ਤਾਂ ਜਦ ਮੈਂ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਔਰਤ ਨੇ ਮੈਨੂੰ ਉੱਥੇ ਹੀ ਛੱਡ ਦਿੱਤਾ ਤੇ ਮੇਰਾ ਬੱਚਾ ਲੈ ਕੇ ਭੱਜ ਗਈ। ਸੰਗੀਤਾ ਦੀ ਗੱਲ ਸੁਣਦੇ ਹੀ ਮੈਂ ਹੈਰਾਨ ਹੋ ਗਈ। ਮੈਂ ਬੋਲੀ, ਸੰਗੀਤਾ, ਕੀ ਤੂੰ ਜਾਣਦੀ ਆ ਮੈਂ ਕੌਣ ਆ? ਸੰਗੀਤਾ ਰੋਂਦੇ ਹੋਏ ਬੋਲੀ, ਹਾਂ ਮੈਂ ਜਾਣਦੀ ਆ। ਤੂੰ ਕੌਣ ਆ? ਤੂੰ ਉਹੀ ਔਰਤ ਆ ਜੋ ਮੇਰੇ ਬੱਚੇ ਨੂੰ ਲੈ ਕੇ ਭੱਜ ਗਈ ਸੀ। ਮੈਂ ਤੈਨੂੰ ਹਰ ਜਗ੍ਹਾ ਲੱਭਿਆ ਲੇਕਿਨ ਤੂੰ ਮੈਨੂੰ ਨਹੀਂ ਮਿਲੀ। ਇਸ ਤਰ੍ਹਾਂ ਹੀ ਮੈਂ ਡਿੱਗਦੀ ਢਹਿੰਦੀ ਜਦੋਂ ਆਪਣੀ ਝੌਂਪੜੀ ਵਿੱਚ ਆਈ ਤਾਂ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਮਾਲਕਣ ਨੇ ਹੁਣ ਤੱਕ ਸਾਨੂੰ 1 ਰੁਪਈਆ ਵੀ ਨਹੀਂ ਦਿੱਤਾ ਸੀ। ਇਲਾਜ ਨਾ ਹੋਣ ਦੀ ਵਜ੍ਹਾ ਨਾਲ ਮੇਰਾ ਬਾਪ ਵੀ ਮਰ ਗਿਆ। ਹੁਣ ਮੈਂ ਤੇ ਮੇਰੀ ਮਾਂ ਹੀ ਰਹਿ ਗਈਆਂ ਹਾਂ। ਜਦੋਂ ਬੱਚੇ ਦਾ ਜਨਮ ਦਿੱਤਾ ਸੀ ਤਾਂ ਮੈਂ ਆਪਣੇ ਬੱਚੇ ਨੂੰ ਦੇਖ ਲਿਆ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਬੱਚਾ ਨਾਰਮਲ ਬੱਚਾ ਨਹੀਂ। ਮੈਨੂੰ ਆਪਣੇ ਬੱਚੇ ਦੀ ਬਹੁਤ ਚਿੰਤਾ ਸੀ ਕਿ ਨਾ ਜਾਣੇ ਉਸ ਦਾ ਕੋਈ ਖਿਆਲ ਵੀ ਰੱਖਦਾ ਹੋਵੇਗਾ ਜਾਂ ਨਹੀਂ। ਮੈਂ ਬੜੀ ਬੇਬਸ ਸੀ। ਮੈਂ ਤੇ ਮੇਰੀ ਮਾਂ ਇਕੱਲੀਆਂ ਸੀ। ਸਾਡਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਤਾਂ ਫਿਰ ਮੇਰੇ ਲਈ ਮੇਰੇ ਬੱਚੇ ਨੂੰ ਕੌਣ ਲੱਭਦਾ? ਮੈਂ ਆਪਣੇ ਰੱਬ ਦੇ ਉੱਪਰ ਸਭ ਕੁਝ ਛੱਡ ਦਿੱਤਾ ਤੇ ਦੇਖਿਆ ਕਿ ਉਸਨੇ ਕਿਸ ਤਰ੍ਹਾਂ ਮੇਰਾ ਸਾਥ ਦਿੱਤਾ। ਉਸਨੇ ਮੇਰਾ ਬੱਚਾ ਖੁਦ ਮੇਰੇ ਕੋਲ ਲਿਆ ਕੇ ਖੜਾ ਕਰ ਦਿੱਤਾ। ਤੂੰ ਮੇਰੀ ਸ਼ਕਲ ਭੁੱਲ ਗਈ ਸੀ ਪਰ ਸੁਰੀਲੀ, ਮੈਂ ਤੇਰੀ ਸ਼ਕਲ ਨਹੀਂ ਭੁੱਲੀ ਸੀ। ਮੈਂ ਇਰਾਦਾ ਕਰ ਲਿਆ ਸੀ ਕਿ ਮੈਂ ਤੇਰੇ ਕੋਲੋਂ ਆਪਣਾ ਬੱਚਾ ਖੋ ਕੇ ਭੱਜ ਜਾਵਾਂਗੀ, ਪਰ ਜਦੋਂ ਤੂੰ ਦੱਸਿਆ ਕਿ ਇਹ ਬੱਚਾ ਤੇਰੇ ਇਲਾਵਾ ਕਿਸੇ ਦੇ ਹੱਥ ਤੋਂ ਕੁਝ ਖਾਂਦਾ ਪੀਂਦਾ ਨਹੀਂ ਤਾਂ ਮੈਂ ਆਪਣਾ ਇਰਾਦਾ ਬਦਲ ਲਿਆ। ਮੈਨੂੰ ਆਪਣੇ ਬੱਚੇ ਦੀ ਜ਼ਿੰਦਗੀ ਤੋਂ ਜ਼ਿਆਦਾ ਕੁਝ ਵੀ ਪਿਆਰਾ ਨਹੀਂ ਸੀ। ਅੱਜ ਜਦੋਂ ਤੂੰ ਉਸ ਨੂੰ ਮੇਰੇ ਕੋਲ ਛੱਡ ਕੇ ਗਈ ਸੀ ਤਾਂ ਮੈਂ ਇਸ ਨੂੰ ਇਸ ਦੇ ਬਾਪ ਦੇ ਘਰ ਲੈ ਗਈ ਸੀ। ਮੈਂ ਸੋਚਿਆ ਕਿ ਮਾਲਕ ਆਪਣੇ ਬੱਚੇ ਨੂੰ ਦੇਖ ਕੇ ਨਰਮ ਪੈ ਜਾਊਗਾ ਅਤੇ ਉਹ ਉਸ ਦੇ ਇਲਾਜ ਦੇ ਲਈ ਮੈਨੂੰ ਪੈਸੇ ਦੇ ਦੇਊਗਾ, ਪਰ ਮੈਨੂੰ ਮਾਲਕਣ ਹੀ ਮਿਲੀ। ਉਸਨੇ ਮੈਨੂੰ ਧੱਕੇ ਦੇ ਕੇ ਘਰ ਤੋਂ ਕੱਢ ਦਿੱਤਾ। ਮੈਂ ਸੰਗੀਤਾ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ ਸੀ। ਇਸ ਵਿਚਾਰੀ ਨੇ ਛੋਟੀ ਜਿਹੀ ਉਮਰ ਵਿੱਚ ਕੀ ਕੁਝ ਸਿਆ ਸੀ। ਮੈਂ ਬੋਲੀ, ਤੂੰ ਚਿੰਤਾ ਨਾ ਕਰ, ਤੇਰਾ ਮੁਕੱਦਮਾ ਮੈਂ ਲੜੂੰਗੀ। ਉਹ ਹੱਸ ਪਈ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਹੱਸਦੇ ਹੱਸਦੇ ਰੋ ਰਹੀ ਹੋਵੇ। ਮੈਂ ਉਸ ਨੂੰ ਉਸ ਦੇ ਮਾਲਕ ਦਾ ਪਤਾ ਪੁੱਛਿਆ ਤਾਂ ਉਸਨੇ ਮਾਲਕ ਦਾ ਨਾਮ ਸੇਠ ਮਨੋਹਰ ਦੱਸਿਆ। ਤਾਂ ਮੈਨੂੰ ਪਤਾ ਸੀ ਕਿ ਮੈਂ ਅੱਗੇ ਕੀ ਕਰਨਾ। ਮੈਂ ਸੇਠ ਮਨੋਹਰ ਦੇ ਆਫਿਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਆਫਿਸ ਲੱਭਣ ਵਿੱਚ ਇੰਨੀ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਜਿੰਨੀ ਮਿਹਨਤ ਆਫਿਸ ਵਿੱਚ ਦਾਖਲ ਹੋਣ ਦੇ ਲਈ ਕਰਨੀ ਪਈ। ਮੈਨੂੰ ਭਿਖਾਰਨ ਨੂੰ ਕੌਣ ਆਫਿਸ ਵਿੱਚ ਵੜਨ ਦਿੰਦਾ। ਫਿਰ ਇੱਕ ਦਿਨ ਸਵੇਰੇ ਹੀ ਉਸ ਆਫਿਸ ਦੇ ਬਾਹਰ ਜਾ ਕੇ ਮੈਂ ਖੜੀ ਹੋ ਗਈ। ਮੈਨੂੰ ਪਤਾ ਸੀ ਕਿ ਜੋ ਵੀ ਸਭ ਤੋਂ ਵੱਡੀ ਗੱਡੀ ਆਫਿਸ ਵਿੱਚ ਆਵੇਗੀ ਉਹੀ ਸੇਠ ਦੀ ਹੋਵੇਗੀ ਤੇ ਮੇਰਾ ਇਹ ਤੀਰ ਨਿਸ਼ਾਨੇ ਤੇ ਬੈਠਾ। ਜਦੋਂ ਮੈਨੂੰ ਉਹੀ ਕਰਨਾ ਸੀ ਜੋ ਮੈਂ ਸੋਚੀ ਬੈਠੀ ਸੀ। ਜਿਵੇਂ ਹੀ ਸੇਠ ਆਪਣੀ ਗੱਡੀ ਵਿੱਚੋਂ ਨਿਕਲਿਆ ਮੈਂ ਚਿਲਾ ਉੱਠੀ ਕਿ ਸੇਠ ਜੀ, ਮੈਂ ਤੁਹਾਡੀ ਪਤਨੀ ਸੰਗੀਤਾ ਦਾ ਪਤਾ ਜਾਣਦੀ ਹਾਂ। ਸੇਠ ਦੇ ਚੱਲਦੇ ਕਦਮ ਰੁਕ ਗਏ। ਉਹ ਆਪਣੇ ਆਸ-ਪਾਸ ਚੱਲਦੀਆਂ ਹੋਈਆਂ ਗੱਡੀਆਂ ਦੇ ਵਿੱਚ ਦੀ ਨਿਕਲ ਕੇ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਿਆ, ਤੂੰ ਕੀ ਜਾਣਦੀ ਆ ਸੰਗੀਤਾ ਦੇ ਬਾਰੇ? ਮੈਂ ਕਿਹਾ ਕਿ ਸੇਠ ਜੀ, ਤੁਸੀਂ ਖੁਦ ਚੱਲੋ ਅਤੇ ਖੁਦ ਆਪਣੀਆਂ ਅੱਖਾਂ ਨਾਲ ਦੇਖ ਲਓ। ਸੇਠ ਬਿਨਾਂ ਸੋਚੇ ਸਮਝੇ ਮੇਰੇ ਨਾਲ ਚੱਲ ਪਿਆ। ਉਸ ਦੀ ਗੱਡੀ ਜਦੋਂ ਝੌਂਪੜੀ ਦੇ ਬਾਹਰ ਰੁਕੀ ਤਾਂ ਸੰਗੀਤਾ ਵੀ ਬਾਹਰ ਖੜੀ ਸੀ। ਉਹ ਆਪਣੇ ਮਾਲਕ ਨੂੰ ਦੇਖ ਕੇ ਰੋਂਦੇ ਹੋਏ ਉਸ ਦੇ ਵੱਲ ਭੱਜੀ। ਸੇਠ ਵੀ ਜਲਦੀ ਨਾਲ ਅੱਗੇ ਵਧਿਆ ਤੇ ਸੰਗੀਤਾ ਬਹੁਤ ਦੇਰ ਤੱਕ ਰੋਂਦੀ ਰਹੀ। ਸੇਠ ਬੋਲਿਆ, ਸੰਗੀਤਾ, ਤੂੰ ਮੈਨੂੰ ਛੱਡ ਕੇ ਆਪਣੇ ਆਸ਼ਿਕ ਦੇ ਨਾਲ ਕਿਉਂ ਭੱਜ ਗਈ ਸੀ? ਤੈਨੂੰ ਤਲਾਕ ਚਾਹੀਦਾ ਸੀ ਤਾਂ ਮੈਨੂੰ ਦੱਸ ਦਿੰਦੀ। ਤਾਂ ਸੰਗੀਤਾ ਹੋਰ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਰੋਂਦੇ ਸਾਰੀ ਦਾਸਤਾਨ ਸੁਣਾ ਦਿੱਤੀ। ਸਾਰੀ ਕਹਾਣੀ ਸੁਣ ਕੇ ਸੇਠ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਸੰਗੀਤਾ ਦਾ ਬੇਟਾ ਸੰਗੀਤਾ ਦੀ ਗੋਦ ਵਿੱਚ ਦੇ ਦਿੱਤਾ ਤੇ ਜਦੋਂ ਸੰਗੀਤਾ ਨੇ ਆਪਣਾ ਬੇਟਾ ਸੇਠ ਜੀ ਦੇ ਸਾਹਮਣੇ ਕੀਤਾ ਤਾਂ ਆਪਣੇ ਬੱਚੇ ਨੂੰ ਦੇਖ ਕੇ ਸੇਠ ਜੀ ਦੇ ਚਿਹਰੇ ਉੱਤੇ ਦਰਦ ਉੱਭਰ ਆਇਆ। ਲੇਕਿਨ ਫਿਰ ਉਹਨਾਂ ਨੇ ਆਪਣੇ ਬੇਟੇ ਨੂੰ ਗੋਦ ਵਿੱਚ ਉਠਾ ਲਿਆ ਤੇ ਆਪਣੇ ਬੱਚੇ ਨੂੰ ਦੇਖ ਕੇ ਰੋਂਦੇ ਰਹੇ। ਫਿਰ ਸੇਠ ਸੰਗੀਤਾ ਨੂੰ ਆਪਣੇ ਬੱਚੇ ਨੂੰ ਆਪਣੇ ਨਾਲ ਲੈ ਗਿਆ। ਮੈਂ ਇਕੱਲੀ ਰਹਿ ਗਈ। ਮੈਂ ਆਪਣੇ ਲੱਕੀ ਦੀ ਯਾਦ ਕਰਕੇ ਰੋਂਦੀ ਰਹਿੰਦੀ। ਮੇਰਾ ਦਿਲ ਕਿਸੇ ਚੀਜ਼ ਵਿੱਚ ਵੀ ਨਹੀਂ ਲੱਗਦਾ ਸੀ। ਇਸ ਤਰ੍ਹਾਂ ਹੀ ਮੈਂ ਰੋਂਦੇ 1 ਹਫ਼ਤਾ ਗੁਜ਼ਰ ਚੁੱਕਿਆ ਸੀ ਜਦੋਂ ਇੱਕ ਦਿਨ ਸੇਠ ਅਤੇ ਸੰਗੀਤਾ ਵੱਡੀ ਸਾਰੀ ਗੱਡੀ ਵਿੱਚ ਬੈਠ ਕੇ ਮੇਰੇ ਕੋਲ ਆਏ ਤਾਂ ਸੰਗੀਤਾ ਨੇ ਮੈਨੂੰ ਦੱਸਿਆ ਕਿ ਉਹ ਆਪਣੀ ਮਾਂ ਨੂੰ ਲੈਣ ਆਈ ਆ।
ਸੰਗੀਤਾ ਨੇ ਦੱਸਿਆ ਕਿ ਮਾਲਕਣ ਨੇ ਖੁਦ ਹੀ ਮਾਲਕ ਨੂੰ ਤਲਾਕ ਦੇ ਦਿੱਤਾ ਸੀ। ਹੁਣ ਉਹ ਸਾਡੇ ਘਰ ਛੱਡ ਕੇ ਚਲੀ ਗਈ ਆ। ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਸੰਗੀਤਾ ਦਾ ਘਰ ਵਸ ਗਿਆ। ਫਿਰ ਸੰਗੀਤਾ ਦਾ ਪਤੀ ਮੇਰੇ ਕੋਲ ਆਇਆ ਤੇ ਮੇਰਾ ਧੰਨਵਾਦ ਕੀਤਾ ਕਿ ਇੰਨੇ ਦਿਨ ਤੱਕ ਮੇਰੇ ਬੱਚੇ ਦਾ ਖਿਆਲ ਰੱਖਿਆ ਤੇ ਮੇਰੀ ਪਤਨੀ ਸੰਗੀਤਾ ਨੂੰ ਮੈਨੂੰ ਮਿਲਵਾ ਦਿੱਤਾ। ਫਿਰ ਉਹਨਾਂ ਨੇ ਇੱਕ ਨੋਟਾਂ ਦਾ ਭਰਿਆ ਹੋਇਆ ਬੈਗ ਮੇਰੇ ਹੱਥ ਵਿੱਚ ਫੜਾ ਦਿੱਤਾ ਤੇ ਕਹਿਣ ਲੱਗੇ ਕਿ ਇਹ ਇੱਕ ਛੋਟਾ ਜਿਹਾ ਤੋਹਫਾ ਤੇਰੇ ਲਈ, ਇਸ ਨੂੰ ਸਵੀਕਾਰ ਕਰ ਲੈ। ਪੈਸੇ ਦਾ ਭਰਿਆ ਹੋਇਆ ਬੈਗ ਦੇਖ ਕੇ ਮੈਂ ਦੰਗ ਰਹਿ ਗਈ। ਮੇਰਾ ਲੱਕੀ ਤਾਂ ਮੇਰੇ ਲਈ ਸੱਚਮੁੱਚ ਬਹੁਤ ਹੀ ਲੱਕੀ ਸਾਬਤ ਹੋਇਆ ਸੀ। ਮੈਂ ਭੀਖ ਮੰਗਣਾ ਛੱਡ ਦਿੱਤਾ ਤੇ ਮੈਂ ਉਹਨਾਂ ਪੈਸਿਆਂ ਨਾਲ ਘਰ ਖਰੀਦਿਆ ਤੇ ਆਪਣੇ ਪਤੀ ਨੂੰ ਉਸ ਮਾਲਕ ਦੀ ਕੰਪਨੀ ਵਿੱਚ ਹੀ ਕੰਮ ਤੇ ਲਵਾ ਦਿੱਤਾ, ਕਿਉਂਕਿ ਉਹ ਜ਼ਿਆਦਾ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਸੀ। ਮੈਂ ਕਦੇ-ਕਦੇ ਲੱਕੀ ਨੂੰ ਮਿਲਣ ਚਲੀ ਜਾਂਦੀ ਹਾਂ। ਸੇਠ ਨੇ ਲੱਕੀ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਸ ਦੀ ਸਰਜਰੀ ਹੋਣ ਤੋਂ ਬਾਅਦ ਲੱਕੀ ਨਾਰਮਲ ਹੋ ਜਾਵੇਗਾ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਲੱਕੀ ਵੀ ਹੁਣ ਆਮ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਜੀਏਗਾ। ਸੰਗੀਤਾ ਆਪਣੇ ਪਤੀ ਅਤੇ ਆਪਣੇ ਬੱਚੇ ਦੇ ਨਾਲ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੀ ਆ। ਉਸਨੇ ਮੈਨੂੰ ਅਨੁਮਤੀ ਦਿੱਤੀ ਹੈ ਕਿ ਤੂੰ ਜਦੋਂ ਚਾਹੇ ਲੱਕੀ ਨੂੰ ਮਿਲ ਸਕਦੀ ਆ। ਮੈਂ ਵੀ ਹੁਣ ਤੱਕ ਲੱਕੀ ਨੂੰ ਨਹੀਂ ਭੁੱਲੀ ਤੇ ਮੈਂ ਥੋੜੇ ਦਿਨਾਂ ਬਾਅਦ ਹੀ ਲੱਕੀ ਨੂੰ ਮਿਲਣ ਜਾਂਦੀ ਰਹਿੰਦੀ ਹਾਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।